ਪਿੰਡ ਪਿੰਡ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਉਹਦੇ ਕਰਨ ਵਿੱਚ ਜਨਮ ਲੈ ਕੇ ਮੇਰਾ ਵੀ ਪਿੰਡ ਉਹੀ ਆ, ਮੈਨੂੰ ਵੀ ਉਹਨਾਂ ਦੇ ਦਰਸ਼ਨ ਹੋਏ ਆ 4-5 ਵਾਰੀ, ਕਿਉਂਕਿ ਉਸ ਟਾਈਮ ਉਹ ਤੋਂ ਉੱਥੇ ਸਾਨੂੰ ਮਿਲੇ 26 ਜਨਵਰੀ ਨੂੰ। ਜਸਕਰਨ ਸਿੰਘ ਜੀ, ਅੱਜ ਦੀਪ ਸਿੱਧੂ ਦੀ ਅਰਦਾਸ ਕਰਵਾਈ ਗਈ ਆ ਪਿੰਡ ਸੁਖਨਾ ਦੇ ਵਿੱਚ, ਤੁਸੀਂ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ ਹੋ? ਅੱਜ ਸੁਖਨਾ ਦੇ ਨੌਜਵਾਨਾਂ ਨੇ ਤੇ ਗੁਰੂ ਘਰ ਦੇ ਵਜ਼ੀਰਾਂ ਨੇ ਤੇ ਸਾਰੇ ਇਲਾਕੇ ਨੇ, ਸਰਪੰਚ ਸਾਹਿਬ ਨੇ ਸੰਦੀਪ ਸਿੰਘ ਦੀਪ ਸਿੱਧੂ ਦੀ ਅੱਜ ਅਰਦਾਸ ਕੀਤੀ, ਉਹਨਾਂ ਨੂੰ ਯਾਦ ਕੀਤਾ ਕਿ ਯਾਦ ਦੀਪ ਸਿੱਧੂ ਨੂੰ ਕਿਉਂ ਕੀਤਾ ਗਿਆ। ਗੱਲ ਤਾਂ ਇਹ ਹੈ ਕਿਉਂਕਿ ਰੋਜ਼ ਬੜੇ ਇਨਸਾਨ ਕਰੋੜਾਂਪਤੀ ਮਰਦੇ ਹੈ, ਅਰਬਾਂਪਤੀ ਮਰਦੇ ਨੇ, ਬਹੁਤ ਵੱਡੇ ਲੈਂਡਲਾਰਡ ਚਲੇ ਜਾਂਦੇ ਨੇ ਰੋਜ਼। ਅੱਜ ਦੀਪ ਸਿੱਧੂ ਨੇ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਦੇ ਵਿੱਚ ਆਜ਼ਾਦੀ ਦੀ ਰੂਹ ਫੂਕੀ ਸੀ, ਸਿੱਖ ਕੌਮ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਹੋਈ ਹੈ, ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ, ਹਿੰਦੂ ਵੀਰਾਂ ਨੂੰ ਆਪਣਾ ਘਰ ਇੰਡੀਅਨ ਸਟੇਟ ਮਿਲ ਗਈ, ਸਿੱਖ ਕੌਮ ਜੋ ਬੰਦਾ ਸਿੰਘ ਬਹਾਦਰ, ਸਰਦਾਰ ਬਘੇਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਜਿਹੜਾ ਰਾਜ ਸੀ ਉਹ ਗੁਲਾਮੀ ਦੇ ਵਿੱਚ ਜਕੜੀ ਹੋਈ ਹੈ। ਤਿੰਨੇ ਕੌਮਾਂ ਅੰਗਰੇਜ਼ ਦੀਆਂ ਸੀ, ਗੁਲਾਮ ਸੀ, ਮੁਸਲਮਾਨ, ਹਿੰਦੂ ਤੇ ਸਿੱਖ। ਤੇ ਜਦੋਂ 1947 'ਚ ਆਜ਼ਾਦੀ ਮਿਲੀ, ਅਸੀਂ ਇੱਕ ਮੁਸਲਮਾਨ ਦੀ ਗੁਲਾਮੀ 'ਚ ਫਸ ਗਏ ਤੇ ਇੱਕ ਫਸ ਗਏ ਇੰਡੀਅਨ ਸਟੇਟ ਦੀ ਗੁਲਾਮੀ 'ਚ। ਅਸੀਂ ਇੱਕ ਗੁਲਾਮੀ 'ਚੋਂ ਨਿਕਲੇ, ਦੋਨਾਂ 'ਚ ਫਸ ਗਏ। ਇਸ ਗੁਲਾਮੀ ਨੂੰ ਕੱਢਣ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਹੈ ਤੇ ਇਸੇ ਗੁਲਾਮੀ ਨੂੰ ਕੱਢਣ ਲਈ ਸਰਦਾਰ ਸਿਮਰਜੀਤ ਸਿੰਘ ਨੇ ਆਪਣੇ ਨਹੁੰ ਖਚਾਤੇ ਦਾੜੀ ਪਟਾ ਲਈ ਹੈ ਤੇ ਅਸੀਂ ਲੜਾਈ ਲੜ ਰਹੇ ਹਾਂ। ਇਸੇ ਜਿਹੜੀ ਆਜ਼ਾਦੀ ਨੂੰ, ਜਿਹੜੇ ਸਾਡੇ ਜ਼ੁਲਮ ਆ, ਉਸ ਨੂੰ ਮੰਗਦਿਆਂ ਦੀਪ ਸਿੱਧੂ ਦਾ ਸਿਆਸੀ ਕਤਲ ਜਾਣਬੁੱਝ ਕੇ ਐਕਸੀਡੈਂਟ ਦੇ ਵਿੱਚ ਕਰ ਦਿੱਤਾ ਗਿਆ। ਜਿਸ ਤਰੀਕੇ ਖੁੱਡੀਆਂ ਦਾ ਹੋਇਆ, ਕਨਿਸ਼ਕ ਹਵਾਈ ਜਹਾਜ਼ ਹਾਦਸਾ ਹੋਇਆ ਤੇ ਚਿੱਠੀ ਸਿੰਘਪੁਰਾ 'ਚ 43 ਸਿੱਖਾਂ ਨੂੰ ਕੀਤਾ ਗਿਆ, ਜਥੇਦਾਰ ਕੌਂਕੇ ਨੂੰ ਮੇਰੇ ਸਾਹਮਣੇ ਸ਼ਹੀਦ ਕੀਤਾ ਗਿਆ। ਇਹ ਸਾਰਾ ਜਿਹੜਾ ਅੱਜ ਇਹਨੂੰ ਯਾਦ ਕੀਤਾ ਗਿਆ, ਦੀਪ ਸਿੱਧੂ ਨਾ ਤਾਂ ਰੇਤ ਦੇ ਖੱਡੇ ਲਈ ਲੜਿਆ, ਨਾ ਟਰਾਂਸਪੋਰਟ ਮਾਫੀਆ ਲਈ ਲੜਿਆ, ਨਾ ਹੀ ਉਹ ਲੜਿਆ ਕਿ ਮੇਰੇ ਭੋਂ ਮਾਫੀਆ ਕਰ ਲਿਆ ਮੈਂ, ਉਹ ਲੜਿਆ ਕੌਮੀ ਆਜ਼ਾਦੀ ਦੇ ਲਈ ਲੜਿਆ। ਉਹ ਟੇਬਲ 'ਤੇ ਗੱਲ ਦਲੀਲ ਨਾ ਕਰਨਾ ਜਾਣਦਾ ਸੀ, ਉਹ ਰਨ ਦੇ ਵਿੱਚ ਬੜੇ ਤਰੀਕੇ ਨਾਲ ਲੜਨਾ ਜਾਣਦਾ ਸੀਗਾ ਤੇ ਉਹ ਫਿਰ ਆਪਣੇ ਜਦੋਂ ਮੀਂਹ ਹਨੇਰੀ ਝੱਖੜ ਦਾ ਮੌਸਮ ਆਉਂਦਾ ਸੀ ਉਹਦੇ ਵਿੱਚ ਵੀ ਉਹ ਆਪਣੇ ਤਰੀਕੇ ਨਾਲ ਲੜਦਾ ਸੀ। ਤੇ ਇਸ ਕਰਕੇ ਅੱਜ ਉਹਨੂੰ ਤਾਂ ਯਾਦ ਕੀਤਾ ਗਿਆ ਕਿ ਜਦੋਂ 1984 ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵੇਲੇ ਭਾਈ ਅਮਰੀਕ ਸਿੰਘ ਨੇ ਰੂਹ ਫੂਕੀ ਨੌਜਵਾਨਾਂ 'ਚ, ਉਹਦੇ ਜਾਣ ਤੋਂ ਬਾਅਦ, ਸ਼ਹੀਦ ਤੋਂ ਬਾਅਦ ਫਿਰ ਰੂਹ ਫੂਕੀ ਸਾਡੇ ਸਿੱਖ ਭਾਈ ਹਰਮਿੰਦਰ ਸਿੰਘ ਸੰਧੂ ਨੇ। ਜਦੋਂ ਉਹ ਰਿਹਾ ਹੋ ਗਿਆ ਜੋਧਪੁਰ ਦੀ ਜੇਲ੍ਹ 'ਚੋਂ, ਮੰਜੀ ਸਾਹਿਬ ਦੀਵਾਨ ਹਾਲ ਸੀ, ਉਹਨਾਂ ਨੇ ਖਾਲਸਾ ਪੰਚਾਇਤਾਂ ਦਾ ਕਨਸੈਪਟ ਦਿੱਤਾ ਤੇ ਜਦੋਂ ਉਹਨਾਂ ਨੇ ਖਾਲਸਾ ਪੰਚਾਇਤਾਂ ਦਾ ਕਨਸੈਪਟ ਦਿੱਤਾ, ਜਿਹੜੇ ਨੌਜਵਾਨ ਸੀ ਪਿੰਡਾਂ ਦੇ ਵਿੱਚ ਅਮਰ ਛਕਣਾ ਸ਼ੁਰੂ ਹੋ ਗਿਆ ਤੇ 5-5 ਪੰਚਾਇਤਾਂ ਵੀ ਬਣ ਗਈਆਂ ਸੀ। ਤੇ ਉਦੋਂ ਬਾਅਦ ਫਿਰ ਭਾਈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋ ਗਏ ਤੇ ਭਾਈ ਸਾਡੇ ਯੋਧੇ ਜਰਨੈਲਾਂ ਨੇ ਬੜੀ ਲੜਾਈ ਲੜੀ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ। ਭਾਈ ਜਗਰਾਜ ਸਿੰਘ ਉਰਫ ਤਪਾਨ ਸਿੰਘ, ਉਹਨਾਂ ਵੀ ਜੰਜੀਰਾਂ 'ਚੋਂ ਜਕੜਨ 'ਚੋਂ ਕੱਢਣ ਲਈ ਕੌਮ ਦੇ ਲਈ, ਜਦੋਂ ਉਹਨਾਂ ਦੀ ਸ਼ਹਾਦਤ ਹੋਈ, ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਤੇ ਉਦੋਂ ਫਿਰ 10 ਲੱਖ ਤੋਂ ਵੱਧ ਇਕੱਠ ਹੋਇਆ, ਰੂਹ ਫੂਕੀ। ਉਦੋਂ ਬਾਅਦ ਭਾਈ ਸਾਡਾ ਸੀ ਜਿਹੜਾ ਜਗਰੂਪ ਸਿੰਘ ਕਾਲਖ, ਉਹਦੀ ਸ਼ਹਾਦਤ ਹੋਈ ਤੇ ਜਦੋਂ ਉਹਦੇ ਫੁੱਲ ਪਏ ਨਾ, ਉਦੋਂ 40 ਕਿਲੋਮੀਟਰ ਦਾ ਲੰਬਾ ਕਾਫਲਾ ਸੀ ਫੁੱਲਾਂ ਦਾ, ਮੈਂ ਉਹਦੇ ਵਿੱਚ ਸੀਗਾ। ਹਿੰਦੂ ਵੀ ਰੋਏ, ਸਾਰੇ ਰੋਏ। ਅੱਜ ਦੀਪ ਸਿੱਧੂ ਵੀ ਨੌਜਵਾਨਾਂ ਦੇ ਦਿਨਾਂ ਦੀ ਧੜਕਣ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਯਾਦ ਕੀਤਾ। ਜਿਉਂਦਿਆਂ ਜੀ ਸਟੇਟਮੈਂਟ ਦਿੱਤੀ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ,
ਜਿਉਂਦਿਆਂ ਜੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸਿੱਧਾ ਕਿਹਾ, ਉਹ ਮੈਂ ਨਹੀਂ ਕਿਹਾ। ਤੇ ਦੀਪ ਸਿੱਧੂ ਨੇ ਸਟੇਟਮੈਂਟ ਕੀਤੀ ਹੈ ਜਿਉਂਦਿਆਂ ਜੀ ਵੀ ਸਿੱਖ ਕੌਮ ਦਾ ਜਰਨੈਲ ਸਿਮਰਜੀਤ ਸਿੰਘ ਮਾਨ ਹੈ, 40 ਸਾਲ ਤੋਂ ਲੜ ਰਿਹਾ, ਨਾ ਅੱਕਿਆ ਨਾ ਥੱਕਿਆ ਨਾ ਵਿਕਿਆ ਨਾ ਡੋਲਿਆ। ਇਸ ਕਰਕੇ ਇਹਦੇ ਨਾਲ ਕੌਮ ਨੂੰ ਚਟਾਨ ਵਾਂਗ ਖੜ ਜਾਣਾ ਚਾਹੀਦਾ ਹੈ। 2 ਸਟੇਟਮੈਂਟਾਂ ਸਿੱਧੀਆਂ ਜੀ ਆਈਆਂ। ਸਾਨੂੰ ਭੁੰਬਲ ਭੂਸੇ 'ਚ ਨਹੀਂ ਪੈਣਾ ਚਾਹੀਦਾ, ਕੌਮ ਨੂੰ ਅੱਗੇ ਤੋਰਨਾ ਚਾਹੀਦਾ ਆਜ਼ਾਦੀ ਵੱਲ। ਸਾਡੇ ਨੌਜਵਾਨ ਤੋਰ ਰਹੇ ਆ ਅਤੇ ਮੈਂ ਨੌਜਵਾਨਾਂ ਅੱਗੇ ਸਿਰ ਝੁਕਦਾ ਕਿ ਜਿਨ੍ਹਾਂ ਨੇ ਲਾਲਚਾਂ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਲੀਡਰਾਂ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਇੱਕ ਸੋਚ ਛੱਡਤੀ ਜਿਹੜੀ ਗੁਲਾਮ ਕਰਨਾ ਚਾਹੁੰਦੀ ਸੀ, ਅਤੇ ਉਹਨਾਂ ਨੇ ਸ਼ਹਾਦਤ ਤੋਂ ਬਾਅਦ, ਤੁਰੇ ਤਾਂ ਪਹਿਲਾਂ ਵੀ ਸੀ, ਸ਼ਹਾਦਤ ਤੋਂ ਬਾਅਦ ਇੱਕ ਨਵਾਂ ਮਾਰਗਦਰਸ਼ਨ ਕੀਤਾ। ਮੈਂ ਹੁਣ ਹੋ ਗਿਆ 60 ਸਾਲ ਦੇ ਕਰੀਬ, ਮੈਂ ਵੱਧ ਤੋਂ ਵੱਧ 4 ਸਾਲ ਹੋਰ ਜਿਉਂ ਨੂੰ ਚੱਜ ਨਾਲ ਲੜ ਲੂੰਗਾ। ਹੁਣ ਇਹ ਵਾਂਗ ਡੋਰ ਸਾਡੇ ਨੌਜਵਾਨ ਸੰਭਾਲਣ, ਅਸੀਂ ਇਹਨਾਂ ਨੇ ਚਟਾਨ ਵਾਂਗ ਖੜ੍ਹੇ ਹਾਂ। ਰੁਕਣ ਨਾ ਕਿਉਂਕਿ ਤੁਹਾਡੇ ਕੋਲ ਬੜੀਆਂ ਤਰੀਕੇ ਦੀਆਂ ਗੱਲਾਂ ਆਉਣਗੀਆਂ। ਬਾਈ ਭੋਗਾਂ 'ਤੇ ਵੀ ਸਾਰੇ ਸ਼ਾਮਲ ਹੋਣਗੇ, ਤੁਹਾਡੇ ਨਾਲ ਸਾਥ ਵੀ ਦੇਣਗੇ, ਫਿਰ ਲੰਬੇ ਸਮੇਂ 'ਚ ਤੁਹਾਨੂੰ ਟਰੈਕ ਤੋਂ ਲਾਉਣਗੇ। ਇਸ ਕਰਕੇ ਇਸ ਟਰੈਕ ਤੋਂ ਨਾ ਲਿਆ ਜੀ, ਟਰੈਕ ਤੋਂ ਲਾਉਣਗੇ, ਲਾਲਚ ਵੀ ਦੇਣਗੇ, ਨੌਕਰੀਆਂ ਦਾ ਲਾਲਚ ਵੀ ਦੇਣਗੇ, ਸੜਕਾਂ ਦਾ ਵੀ ਲਾਲਚ ਦੇਣਗੇ, ਅਤੇ MLA ਗਰੰਟਾਂ ਦਾ ਵੀ ਗਲੀਆਂ ਨਾਲੀਆਂ ਦੇ ਵਿੱਚ ਰੱਖਣਗੇ। ਅੱਜ ਗਲੀ ਉੱਚੀ ਹੋ ਗਈ ਹੈ, ਗਲੀ ਨੀਵੀਂ ਹੋ ਗਈ ਹੈ। MLA ਆ ਕੇ ਵੀ ਤੁਹਾਨੂੰ ਕਹੂਗਾ ਕਿ ਮੈਂ ਭਾਈ ਤੇਰੀ ਸੜਕ ਬਣਾਈ ਹੈ, ਗਲੀ ਤੂੰ ਮੇਰਾ ਸਾਥ ਦੇ। ਉਹਨਾਂ ਨੇ ਇਹ ਵੀ ਕਹਿਣਾ ਕਿਉਂਕਿ MLA ਨੇ ਤੁਹਾਨੂੰ ਕੁਛ ਨਹੀਂ ਦਿੱਤਾ। ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ MLA ਨੂੰ ਤੁਸੀਂ ਵੋਟਾਂ ਪਾਈਆਂ, ਉਹਨੂੰ ਲਾਲ ਬੱਤੀ ਮਿਲ ਗਈ, ਇੱਕ ਨੋਵਾ ਗੱਡੀ ਮਿਲ ਗਈ, ਲੱਖ ਰੁਪਇਆ ਤਨਖਾਹ ਮਿਲ ਗਈ, ਇੱਕ ਬੰਗਲਾ ਮਿਲ ਗਿਆ, ਇੱਕ ਲੈਪਟਾਪ ਬਣ ਗਿਆ, 2 PA ਮਿਲ ਗਏ, 20 ਕਿਲੋਮੀਟਰ ਦੀ ਸੜਕ ਬਣਾਉਣਾ ਉਹ ਮਿਲ ਗਈ। ਆਹ ਗ੍ਰਾਂਟ MLA ਨੂੰ ਤੁਸੀਂ ਕੁਝ ਦਿੱਤਾ ਹੈ, MLA ਨੇ ਤੁਹਾਨੂੰ ਕੱਖ ਨਹੀਂ ਦਿੱਤਾ। ਐਵਰੇਜ 34 ਰੁਪਏ ਤੁਹਾਡੀ ਜੇਬ 'ਚੋਂ 100 ਮਗਰ ਚਲੇ ਜਾਂਦੇ ਨੇ, ਜਿਹੜਾ ਵੀ ਤੁਹਾਡੇ ਖਰਚਦੇ ਹੋ। ਇਸ ਕਰਕੇ ਜੇ ਤੁਸੀਂ ਮੈਂ ਸਮਝਾਉਣਾ, ਜੇ ਕਿੱਲਾ ਜ਼ਮੀਨ ਦਾ ਤੁਸੀਂ ਲੈਣਾ ਨਾ ਸਹੀ ਮਹੀਨਿਆਂ 'ਚ, ਉਹਦੇ 'ਤੇ ਟੈਕਸ ਹੈਗਾ 9%। ਜੇ 15 ਲੱਖ ਦਾ ਗਿਆ, 15 8 1,20,000 'ਚ ਚਲਾ ਜਾਂਦਾ ਤੁਹਾਡਾ। ਅਤੇ ਜੇ ਤੁਸੀਂ ਇੱਕ ਗੱਡੀ ਵੀ ਲੈਣੀ ਹੈ 14 ਲੱਖ 10 ਲੱਖ ਦੀ, 14.5 1,45,000 ਉਹ ਚਲਾ ਗਿਆ, 8,000 ਕਾਪੀ 'ਤੇ 2,55,000 ਤੁਹਾਡੇ ਘਰੋਂ ਚਲੇ ਜਾਂਦਾ। ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ, ਕੋਈ ਕਿਸੇ ਨੂੰ ਕੋਈ ਨਹੀਂ ਦਿੰਦਾ, ਕਿਉਂਕਿ ਇਹ ਤੁਹਾਡਾ ਹੀ ਆਪਦਾ ਹੈ। ਇਸ ਕਰਕੇ ਇਹਨਾਂ ਤੋਂ ਬਚ ਗਏ। ਅਤੇ ਜਿਹੜਾ ਦੀਪ ਸਿੱਧੂ ਆਜ਼ਾਦੀ ਦੀ ਲੜਾਈ ਬਾਰੇ ਕਿਹਾ, ਉਹਦੀ ਆਜ਼ਾਦੀ ਦੀ ਲੜਾਈ ਅਸੀਂ ਲੜੀਏ। ਅਤੇ ਬਗਰਾੜੀ ਵਿਖੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੋਰਚਾ ਲੱਗ ਗਿਆ, 2 ਸਿੰਘਾਂ ਨੂੰ ਸ਼ਹੀਦ ਕੀਤਾ, ਗੋਲੀਆਂ ਮਾਰੀਆਂ। ਦੀਪ ਸਿੱਧੂ 1 ਜੂਨ 2021 ਨੂੰ ਉੱਥੇ ਆਇਆ ਸੀ, ਅਤੇ ਉੱਥੇ ਭਾਈ ਸਾਰੇ 6 ਜੂਨ ਨੂੰ 6 ਮਾਰਚ ਨੂੰ ਵੱਧ ਤੋਂ ਵੱਧ ਗਿਣਤੀ ਪਹੁੰਚੀਏ, ਜਾਂ ਤਾਂ ਜੋ ਕੌਮ ਨੂੰ ਆਪਾਂ ਅਗਲਾ ਮਾਰਗ ਤਾਂ ਦੱਸੀਏ ਕੌਮ ਨੂੰ ਕਿਵੇਂ ਤੁਰਨਾ, ਤਾਂ ਜੋ ਪੰਥ, ਪੰਜਾਬ, ਪੁੱਤ ਅਤੇ ਪੜ੍ਹਾਈ, ਪੰਜਾਬੀ ਅਤੇ ਪੱਤ ਨੂੰ ਬਚਾ ਕੇ ਆਪਾਂ ਨੌਜਵਾਨੀ ਨੂੰ ਲੀਹਾਂ 'ਤੇ ਤੋਰੀ ਆਪਣੇ ਪੰਜਾਬ ਨੂੰ ਬਚਾ ਸਕੀਏ। ਇਸ ਕਰਕੇ ਭਾਈ ਸਾਰਿਆਂ ਨੂੰ ਰਲ ਮਿਲ ਕੇ ਇਹ ਲੜਾਈ ਲੜਨੀ ਚਾਹੀਦੀ ਹੈ। ਇਕੱਲੇ ਬੰਦੇ ਦੀ ਲੜਾਈ ਨਹੀਂ ਹੈ, ਅਤੇ ਜਿਵੇਂ ਤੁਸੀਂ ਅੱਗੇ ਲੜੀ ਹੈ, ਇਸ ਨੂੰ ਅੱਗੇ ਜਾਰੀ ਰੱਖੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬਿਆਨ ਦਿੱਤਾ ਗਿਆ ਹੈਗਾ, ਇਹ ਯੂਕਰੇਨ ਵਿੱਚ ਉਹ ਵਿਦਿਆਰਥੀ ਜਾਂਦੇ ਆ 90% ਜਿਹੜੇ ਇੱਥੇ ਟੈਸਟ ਪਾਸ ਕਲੀਅਰ ਨਹੀਂ ਕਰ ਸਕਦੇ ਗੇ, ਅਤੇ ਜਿਹੜੇ ਕਿ ਮਾਪਿਆਂ ਦਾ ਕਹਿਣਾ ਗਾ ਅਸੀਂ ਇਸ ਕਰਕੇ ਬੱਚੇ ਬਾਹਰ ਭੇਜਦੇ ਹਾਂ, ਜਿਹੜਾ ਵੀ ਉੱਥੇ ਖਰਚਾ ਇੱਥੇ ਬਹੁਤ ਜ਼ਿਆਦਾ ਹੈ, ਉੱਥੇ ਦੁੱਗਣਾ ਖਰਚਾ ਅਤੇ ਉੱਥੇ ਅੱਧਾ ਖਰਚਾ। ਹਾਂ, ਗੱਲ ਉਹਦੀ ਸਹੀ ਹੈ। ਸਿਆਣਾ ਵੈਸੇ ਬੰਦਾ ਤਾਂ ਬਹੁਤ ਸਿਆਣਾ। ਇੰਡੀਆ 'ਚ ਮੰਤਰੀ ਉਹ ਬੰਦਾ ਬਣਦਾ ਜਿਹੜਾ ਬਿਲਕੁਲ ਅਨਪੜ੍ਹ ਹੁੰਦਾ, ਜਿਹਨੂੰ ਕੋਈ ਵੀ ਬੰਦਾ ਪਿੰਡ ਦਾ ਪਸੰਦ ਨਹੀਂ ਕਰਦਾ, ਉਹ ਇੱਥੋਂ ਦਾ ਵਜ਼ੀਰ ਹੁੰਦਾ, ਉਹ ਇੱਥੋਂ ਦਾ ਸਿੱਖਿਆ ਮੰਤਰੀ ਹੁੰਦਾ, ਜਿਹਨੂੰ ਇੱਲ 'ਤੇ ਕੁੱਕੜ ਵੀ ਨਹੀਂ ਆਉਂਦਾ, ਅਤੇ ਇੱਥੋਂ ਦਾ ਪ੍ਰਧਾਨ ਮੰਤਰੀ ਉਹ ਹੁੰਦਾ। ਅਤੇ ਜਿਨ੍ਹਾਂ ਨੇ ਗੋਧਰਾ ਕਾਂਡ ਕੀਤਾ ਅਤੇ ਮੁਸਲਮਾਨ ਕੌਮ ਦੀ ਨਸਲਕੁਸ਼ੀ ਕੀਤੀ, ਅਤੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ 3 ਕਾਲੇ ਕਾਨੂੰਨ ਲਾਗੂ ਕੀਤੇ, ਇੰਡੀਆ ਦਾ ਪ੍ਰਧਾਨ ਮੰਤਰੀ ਉਹ ਬਣਦਾ ਜਿਹੜਾ ਅਨਹਿਊਮਨ ਹੁੰਦਾ, ਅਤੇ ਜਿਹੜਾ ਹਿਟਲਰਸ਼ਾਹੀ ਹੁੰਦਾ, ਅਤੇ ਜਿਹੜਾ ਜਵੇਂਦਰਾ ਗਾਂਧੀ ਵੀ ਤਾਨਾਸ਼ਾਹ ਸੀ ਉਹ ਬਣੀ ਹੈ। ਅਤੇ ਫਿਰ ਭਾਈ ਇਹ ਖੱਟੜ ਵਰਗਾ ਚੀਫ ਮਿਨਿਸਟਰ ਉਹ ਬਣਦਾ ਜਿਹੜਾ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਅਤੇ ਰਿਹਾਈ ਕਰਾ ਦਿੰਦਾ। ਉਹਦੀ ਗੱਲ ਤਾਂ ਸਹੀ ਹੈ, ਇੰਡੀਆ 'ਚ ਬਣਦਾ ਹੀ ਉਹੀ ਆ। ਪਰ ਜਿਹੜੇ ਨੌਜਵਾਨ ਹੈ ਉਹ ਸਿਆਣੇ ਹੈ, ਕਿਉਂਕਿ ਇੱਥੋਂ ਦਾ ਉਹਨਾਂ ਨੂੰ ਵਾਤਾਵਰਨ ਪਸੰਦ ਨਹੀਂ ਆਉਂਦਾ, ਕਿਉਂਕਿ ਇੱਥੋਂ ਦਾ ਵਾਤਾਵਰਨ ਆ ਜਿਹੜੇ ਯੂਕਰੇਨ ਜਾਂਦੇ ਆ, ਇੱਥੋਂ ਦਾ ਵਾਤਾਵਰਨ ਗੈਰ ਕਾਨੂੰਨੀ ਆ, ਗੈਰ ਸਿਧਾਂਤਕ ਹੈ। ਅਤੇ ਜੋਸ਼ੀ ਆਪਦੀ ਪੀੜ੍ਹੀ ਥੱਲੇ ਛੋਟਾ ਫੇਰੇ, ਉਹਦੀ ਪੀੜ੍ਹੀ ਵੀ ਹਿੱਲੀ ਪਈ ਆ, ਉਹਦਾ ਥੱਲਾ ਕੋਈ ਕੰਮ ਨਹੀਂ ਕਰਦਾ ਹੈਗਾ। ਅਤੇ
ਉੱਥੋਂ ਦੇ ਜਾਂਦੇ ਨੌਜਵਾਨ ਪੜ੍ਹਨ। ਉੱਥੇ MBBS ਦੀ ਪੜ੍ਹਾਈ ਹੁੰਦੀ ਹੈ 22 ਲੱਖ 'ਚ ਅਤੇ BDS ਹੁੰਦੀ ਹੈ 18 ਲੱਖ 'ਚ। ਇੱਥੇ ਰਾਮੂ ਵਾਲੀਆਂ ਨੇ ਕਾਲਜ ਖੋਲ੍ਹਿਆ ਸਿੱਖਾਂ ਦੇ ਨਾਂ 'ਤੇ, ਉਹ 45 ਲੱਖ ਲੈਂਦਾ MBBS ਦਾ। SGPC ਨੇ ਇੱਕ MBBS ਦਾ ਕਾਲਜ ਖੋਲ੍ਹਿਆ ਗੁਰੂ ਰਾਮਦਾਸ ਕਾਲਜ, ਉਹ 40 ਲੱਖ ਲੈਂਦੇ ਆ। ਅਤੇ ਜਿਹੜਾ ਕਾਲਜ BJP ਵਾਲਾ RSS ਨੇ ਖੋਲ੍ਹਿਆ ਉਹ ਵੀ 25-30 ਲੱਖ ਲਈ ਜਾਂਦੇ ਆ। ਜਿਹੜਾ ਮੈਡੀਕਲ ਕਾਲਜ ਹੈ ਫਰੀਦਕੋਟ ਦਾ ਸਰਕਾਰੀ, ਅਤੇ ਜਿਹੜਾ ਮੈਡੀਕਲ ਕਾਲਜ ਹੈ ਆਪਣਾ ਰਜਿੰਦਰਾ ਹੌਸਪੀਟਲ ਅਤੇ 35 ਸੈਕਟਰ ਦੇ ਵਿੱਚ ਹੈ, ਇਹ ਜਿਹੜੇ ਮੈਡੀਕਲ ਕਾਲਜ ਆ BDS ਆ ਜਾਂ ਹੋਰ ਵੱਡੀਆਂ ਪੜ੍ਹਾਈਆਂ, ਇਹ NRI ਕੋਟੇ 'ਚ ਵੀ 40-40 ਲੱਖ ਲਈ ਜਾਂਦੇ ਆ। ਕਿਉਂਕਿ ਗਧੇ ਘੋੜੇ ਦਾ ਮੁੱਲ ਨਹੀਂ, ਉੱਥੇ MBBS ਹੋ ਜਾਂਦੀ। ਚੰਗੇ ਲਿਆਕਤਮੰਦ ਸੀ, ਉਹ ਕਹਿੰਦੇ ਵੀ ਇੰਡੀਆ ਦੇ ਵਿੱਚ ਤਾਂ ਭੱਠਾ ਬੈਠਾ ਪਿਆ, ਇੱਥੇ ਮੰਤਰੀ ਅਨਪੜ੍ਹ ਹੈ, ਪ੍ਰਧਾਨ ਮੰਤਰੀ ਅਨਪੜ੍ਹ ਹੈ, ਅਤੇ ਦੂਜੇ ਜਿਹੜੇ ਹੋਰ ਵਜ਼ੀਰ ਬਣੇ ਆ ਉਹ ਕੋਈ ਗੋਦਰਾ ਕਾਂਡ ਕਰਨ ਵਾਲਾ, ਕੋਈ ਦਰਬਾਰ ਸਾਹਿਬ ਢਾਉਣ ਵਾਲਾ, ਕੋਈ ਗਲਾਂ 'ਚ ਟਾਇਰ ਪਾਉਣ ਵਾਲਾ, ਅਤੇ ਕੋਈ ਕਿਸਾਨਾਂ ਦਾ ਲਖੀਮਪੁਰ ਖੀਰੀ ਦੇ ਵਿੱਚ ਸਿੱਧਾ ਗੋਲੀਆਂ ਮਾਰ ਕੇ ਕਤਲੇਆਮ ਕਰਨਾ। ਉਹ ਕਹਿੰਦਾ ਇੱਥੋਂ ਬਚੀਏ, ਇੱਥੋਂ ਬਚ ਕੇ ਵਧੀਆ ਆਪਾਂ ਡਾਕਟਰ ਬਣੀਏ, ਅਤੇ ਡਾਕਟਰ ਬਣ ਕੇ ਆਪਣੀ, ਉਹਨੇ ਡਾਕਟਰ ਬਣ ਕੇ ਯੂਕਰੇਨ 'ਚ ਥੋੜ੍ਹੀ ਨਾ, ਡਾਕਟਰ ਬਣ ਕੇ ਤਾਂ ਇੰਡੀਆ 'ਚ ਪੰਜਾਬ 'ਚ ਹੀ ਹੋਣਾ। ਉਹਨਾਂ ਨੇ ਭਲਾ ਕਰਨਾ, ਇਸ ਕਰਕੇ ਇਹ ਉਹ ਕੋਰਾ ਝੂਠ ਹੈ। ਅਤੇ ਜਿਹੜਾ ਉਹ ਬੋਲ ਰਿਹਾ ਸੱਚ ਬੋਲ ਰਿਹਾ, ਉਹ ਬਹੁਤ ਸੱਚ ਰਿਹਾ ਵੀ ਇੰਡੀਆ ਦੇ ਵਿੱਚ ਕੋਈ ਮਾਈ ਬਾਪ ਨਹੀਂ, ਕੋਈ ਅਸੂਲ ਨਹੀਂ ਹੈਗਾ। ਅਤੇ ਉਹਨੇ ਬੇਅਸੂਲੀ ਗੱਲ ਕੀਤੀ ਹੈ। ਜਦੋਂ ਅਸੂਲ ਨਾ ਹੋਵੇ ਮੰਤਰੀ ਬੇਅਸੂਲੀ ਗੱਲ ਕਰੂਗਾ। ਯੂਕਰੇਨ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੇ ਲੋਕਾਂ ਦੇ ਲਈ ਵੀਜ਼ਾ ਖੋਲ੍ਹ ਦਿੱਤਾ ਹੈ, ਵਿਦੇਸ਼ੀਆਂ ਦੇ ਲਈ, ਚਾਹੇ ਭਾਰਤੀ ਹੋਵੇ, ਚਾਹੇ ਕੈਨੇਡੀਅਨ ਹੋਵੇ ਜਾਂ ਅਮਰੀਕਨ, ਕੋਈ ਵੀ ਕੰਟਰੀ ਦਾ। ਮਾਨ ਸਾਹਿਬ ਨੇ ਕਹਿਤਾ ਵੀ ਮੈਂ ਜਾਣ ਨੂੰ ਤਿਆਰ ਹਾਂ, ਮੈਂ ਅਤੇ ਮੇਰਾ ਬੇਟਾ ਯੂਕਰੇਨ ਜਾਣ ਨੂੰ ਤਿਆਰ ਹਾਂ। ਅਸੀਂ ਭਾਈ ਜਾਣ ਨੂੰ ਤਿਆਰ ਹਾਂ। ਅੱਜ ਮੇਰੇ ਕੋਲ 3 ਪਾਸਪੋਰਟਾਂ ਨੇ ਆਫਰ ਕੀਤੀ ਹੈ ਆਪਣੇ ਪਾਤੜਾਂ ਤੋਂ, ਫਿਰ 2 ਪਾਸਪੋਰਟਾਂ ਨੇ ਆਫਰ ਕੀਤੀ ਹੈ ਬਾਘੇ ਪੁਰਾਣੇ ਤੋਂ। ਪਾਸਪੋਰਟ ਦੀ ਕਾਪੀਆਂ ਆ ਗਈਆਂ, ਲਿਖਤ ਆ ਗਈ ਹੈ। ਭਾਈ ਵੇਖੋ ਗੱਲ ਇਹ ਹੈ ਵੀ ਜੇ ਦਰਬਾਰ ਸਾਹਿਬ ਢਾਉਣ ਦੇ ਲਈ ਇੰਡੀਆ ਦਾ ਸਾਥ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਜੇ ਸਾਡਾ ਦਰਬਾਰ ਸਾਹਿਬ ਢਾਉਣ ਦੇ ਲਈ ਆਪਣੀ ਫੌਜ ਲੈ ਕੇ ਇੱਥੋਂ ਦਾ ਜਿਹੜਾ ਡਿਫੈਂਸ ਮਿਨਿਸਟਰ ਉਸਤੀਨੋਵ ਉਹ ਆ ਸਕਦਾ, ਜਿਹਦੇ ਕੋਲ ਏਅਰ ਸੀ, ਉਹ ਇੱਥੇ ਆ ਸਕਦਾ ਹੈ ਇੰਡੀਆ ਦੀ ਮਦਦ ਕਰਨ ਦੇ ਲਈ। ਉੱਧਰ ਬਰਤਾਨੀਆ ਦੀ ਮਾਰਗਟ ਥੈਚਰ ਉਹ ਆ ਸਕਦੀ ਹੈ, ਅਤੇ ਬਾਦਲ ਕੇ ਚੁੱਪ ਚਪੀਤੇ, ਰਾਮੂ ਵਾਲੀਆ, ਅਡਵਾਨੀ ਹੋਰੀ, ਜਿਨ੍ਹਾਂ ਨੇ ਕਿਤਾਬ ਹੀ ਲਿਖਤੀ ਮਾਈ ਕੰਟਰੀ ਮਾਈ ਲਾਈਫ, ਮੇਰਾ ਦੇਸ਼ ਮੇਰੀ ਜ਼ਿੰਦਗੀ, ਇੰਦਰਾ ਗਾਂਧੀ ਤੂੰ ਦੇਰ ਨਾ ਕੀਤਾ ਦੁਰਸਤ ਫੈਸਲਾ, ਸਿੱਖਾਂ ਨੂੰ ਚੰਗਾ ਸਬਕ ਸਿਖਾਇਆ। ਜੇ ਕਾਂਗਰਸ, BJP, RSS, ਸੋਵੀਅਤ, ਰੂਸ, ਬਰਤਾਨੀਆ ਅਤੇ ਕਾਮਰੇਡ ਇਕੱਠੇ ਹੋ ਸਕਦੇ ਆ। ਕਾਮਰੇਡਾਂ ਦੇ ਇੰਡੀਆ ਦੇ ਵਿੱਚ 48 ਮੈਂਬਰ ਸੀ, ਖੱਬੇ ਅਤੇ ਸੱਜੇ। ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਨਾ, ਉਹਨਾਂ ਇੱਕ ਵੀ ਬੰਦਾ ਨਹੀਂ ਬੋਲਿਆ, ਇੱਕ ਨੇ ਵੀ ਕਿ ਮਾੜਾ ਹੋਇਆ। ਅਤੇ ਜੇ ਬੋਲਿਆ ਤਾਂ ਸਿਮਰਜੀਤ ਸਿੰਘ ਮਾਨ ਹੀ ਉਸ ਤੋਂ ਬਾਅਦ ਬੋਲਿਆ, ਕੋਈ ਹੋਰ ਬੋਲਿਆ ਹੀ ਨਹੀਂ ਗਾ। ਇਸ ਕਰਕੇ ਅਸੀਂ ਯੂਕਰੇਨ ਜਾਣ ਨੂੰ ਭਾਈ ਤਿਆਰ ਹਾਂ। ਲੋਕ ਕਹਿੰਦੇ ਜੀ ਵੀ ਤੁਸੀਂ ਆਪਦੇ ਬੱਚੇ, ਤੁਸੀਂ ਕਦੇ ਪੁੱਛਿਆ ਫਿਰ ਰੂਸ ਕੀ ਲੈਣ ਆਇਆ ਇੱਥੇ? ਸਾਡਾ ਦਰਬਾਰ ਸਾਹਿਬ ਦਾ ਇੰਡੀਆ ਨਾਲ ਸਾਡੀ ਗੱਲ ਸੀ, ਟੇਬਲ 'ਤੇ ਨਹੀਂ ਕਿਉਂ ਆਇਆ? ਇੱਥੇ ਧੱਕੇ ਖਾਣ ਆਇਆ ਸੀ? ਬਰਤਾਨੀਆ ਕਿਉਂ ਆਇਆ? ਯਾਰ ਅਸੀਂ ਰਾਜ ਭਾਗ ਵਾਲੀ ਕੌਮ ਹੈ, ਸਾਡਾ ਰਾਜ ਤਾਂ, ਸਾਡੀ ਤਾਂ ਪਾਰਲੀਮੈਂਟ ਜਾਪਾਨ ਦੀ ਪਾਰਲੀਮੈਂਟ ਤੋਂ ਵੀ ਪਿਆਰੀ ਹੈ। ਸਾਡੀ ਪਾਰਲੀਮੈਂਟ ਬਣੀ ਆ 1925 'ਚ, ਅਤੇ ਇੰਡੀਆ ਦੀ ਪਾਰਲੀਮੈਂਟ ਬਣੀ ਆ 1947 'ਚ, ਅਤੇ ਜਾਪਾਨ ਦੀ ਪਾਰਲੀਮੈਂਟ ਵੀ ਉਸ ਤੋਂ ਬਾਅਦ ਬਣੀ ਹੈ। ਸਾਡੀ ਪਾਰਲੀਮੈਂਟ 'ਤੇ ਸਿੱਖਾਂ ਦੀ 'ਤੇ ਹਮਲਾ ਕਰਨ ਲਈ ਸਾਰੇ ਆ ਗਏ, ਅਤੇ ਪਰ ਸਿੱਖਾਂ ਦੀ ਪਾਰਲੀਮੈਂਟ, ਸਿੱਖਾਂ ਦੀ ਸੋਚ ਨੂੰ ਸਿਮਰਜੀਤ ਸਿੰਘ ਮਾਨ ਹੈ। ਫਿਰ ਯਾਰ ਫਿਰ ਜਦੋਂ ਵੇਲਾ ਹੋਵੇ ਫਿਰ ਦੁਸ਼ਮਣ ਦਾ ਯਾਰ ਇੱਟ ਕੜਕਾ ਤਾਂ ਲੈਣਾ ਚਾਹੀਦਾ। ਅਤੇ ਫਿਰ ਜੇ ਦੂਜੇ ਪਾਸੇ ਤੁਸੀਂ ਕਹਿੰਦੇ ਆ ਵੀ ਉੱਥੇ ਬੱਚੇ ਮਰ ਜਾਣਗੇ ਸਾਡੇ, ਕਹਿੰਦੇ ਆ ਜੀ ਮਾਨ ਸਾਹਿਬ ਨੇ ਕਿਹਾ ਉੱਥੇ ਭੇਜੋ, ਕਹਿੰਦੇ ਬੱਚੇ ਮਰ ਜਾਣਗੇ ਸਾਡੇ, ਕਹਿੰਦੇ ਆ ਨਾ, ਆਪ ਦਾ ਬੱਚਾ ਭੇਜੋ। ਉਹਨੇ ਤਾਂ ਕਹਿ ਤਾ ਮੈਂ ਆਪ ਦਾ ਮੈਂ ਚੱਲਿਆ। ਅਤੇ ਫਿਰ ਜਿਹੜੇ ਸਾਡੇ ਚੀਨ ਦੀ ਹੱਦ 'ਤੇ ਸਾਡੇ ਸਿੱਖਾਂ ਨੂੰ ਮਾਰਦੇ ਆ, ਅਸੀਂ ਇੰਡੀਆ ਲਈ ਕਿਉਂ ਲੜੀਏ ਵੀ? ਉਹ ਨਹੀਂ ਮਾਰਦੇ, ਸਾਡੇ ਰੋਜ਼ ਮਾਰ ਕੇ ਆ ਜਾਂਦੇ। ਉੱਧਰ ਸਾਡਾ ਦਰਬਾਰ ਸਾਹਿਬ ਢਾਤਾ ਅਤੇ ਉੱਧਰੋਂ ਝੰਡੇ ਦਾ ਵਿਰੋਧ ਕਰਤਾ, ਅਤੇ ਜਦੋਂ ਚੀਨ 'ਤੇ ਜਾਣਾ ਉਦੋਂ ਕਹਿੰਦੇ ਬੋਲੇ ਸੋਹਣਿਆਲ, ਦੇਸ਼ ਭਰ ਮੋਹੇ ਹੈ, ਦੋਹਰੀ ਨੀਤੀ ਹੈ। ਫਿਰ ਸਾਡੇ ਰੋਜ਼ ਨਹੀਂ ਮਰਦੇ? ਕਾਰਗਲ 'ਚ ਕਿਉਂ ਸਾਡੇ ਮਾਰੇ? ਚਿੱਠੀ ਸਿੰਘਪੁਰ ਸਾਡੇ ਕਿਉਂ ਮਾਰੇ? ਅਫਗਾਨਿਸਤਾਨ 'ਚ ਇੰਡੀਆ ਦੀ ਏਜੰਸੀ ਰॉ ਨੇ ਅਤੇ ISI ਨੇ ਸਾਡੇ ਬੱਚੇ ਸਿੱਖ ਕਿਉਂ ਮਾਰੇ? ਫਿਰ ਭਾਈ ਫਿਰ ਕਹਿੰਦੇ ਸਾਡੇ ਕਿ ਮਰੇ। ਅਤੇ ਫਿਰ ਯਾਰ ਅਸੀਂ ਬਦਲਾ ਲੈਣ ਲਈ ਉਹਦੇ ਨਾਲ ਅਸੀਂ ਇੱਕ ਦੇਸ਼ ਹਾਂ ਯਾਰ,
ਸਾਡੀ ਕੌਮ ਆਜ਼ਾਦ ਆਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਰਾਜ ਕੀਤਾ ਹੈ, ਸਰਦਾਰ ਬਘੇਲ ਸਿੰਘ ਦੇ ਰਾਜ ਵਿੱਚ ਰੂਪ ਕੀਤਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ। ਅਸੀਂ ਯਾਰ ਇੱਕ ਸਟੇਟ ਵਾਲੇ ਬੰਦੇ ਹਾਂ, ਅਸੀਂ ਇੱਕ ਮੁਲਕ ਵਾਲੇ ਬੰਦੇ ਹਾਂ। ਜੇ ਇੱਕ ਮੁਲਕ ਵਾਲੇ ਯੂਕਰੇਨ ਮੁਲਕ ਦਾ ਮਦਦ ਕਰ ਦਾਂਗੇ, ਤੇ ਜਦੋਂ ਸਾਡਾ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਣ ਲੱਗਿਆ ਉਹ ਸਾਡੀ ਮਦਦ ਕਰ ਦੇਣਗੇ। ਤੇ ਫਿਰ ਸਿੱਧੀ ਜੀ ਗੱਲ ਆ, ਮੁਲਕ ਨਾਲ ਮੁਲਕ ਦੀ ਗੱਲ ਕਰਦੇ ਆ। ਹੋਰ ਇਹ ਗੱਲ ਬਾਦਲ ਥੋੜੀ ਕਰੂਗਾ ਜਿਹੜਾ ਇੰਡੀਆ ਦੇ ਥੱਲੇ ਲੱਗਿਆ, ਇਹ ਕੈਪਟਨ ਥੋੜੀ ਗੱਲ ਕਰੂਗਾ, ਇਹ ਚੰਨੀ ਥੋੜੀ ਗੱਲ ਕਰੂਗਾ, ਇਹ ਕੇਜਰੀਵਾਲ ਦਾ ਭਗਵੰਤ ਮਾਨ ਥੋੜੀ ਕਰੂ, ਸਿਮਰਜੀਤ ਸਿੰਘ ਮਾਨ ਕਰੂ, ਹੋਰ ਨਹੀਂ ਕਰੂ, ਜਿਹੜੇ ਸੰਤਾਂ ਦੀ ਸੋਚ ਤੇ ਚੱਲਦੇ ਆ। ਇਸ ਕਰਕੇ ਯੂਕਰੇਨ ਜਿਹੜਾ ਜਾਣਾ ਚਾਹੁੰਦੇ ਚੱਲਾਂਗੇ, ਮੈਂ ਵੀ ਜਾ ਰਿਹਾ, ਅਸੀਂ ਵੀ ਜਾਵਾਂਗੇ, ਸਾਰੇ ਜਾਵਾਂਗੇ, ਲੜਾਂਗੇ ਯਾਰ। ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਬੈਠੀਆਂ, ਕੁਛ ਨਹੀਂ ਹੁੰਦਾ ਅੰਦਰ ਲੜਾਈਆਂ 'ਚ। ਉਹਨਾਂ ਨੂੰ ਪ੍ਰਧਾਨ ਸਾਹਿਬ ਨੇ ਕਿਹਾ ਕਿ ਭਾਈ ਉੱਥੇ ਸੇਵਾ ਕਰੋ, ਜਿਹੜੇ ਫੱਟੜ ਹੋਏ ਨੇ ਸੇਵਾ ਕਰੋ। ਤੇ ਫਿਰ ਯੂਕਰੇਨ ਨੇ ਕਿਉਂ ਆਫਰ ਕੀਤੀ ਹੈ? ਮਾਨ ਸਾਹਿਬ ਦੇ ਬਿਆਨ ਤੋਂ ਕਰਕੇ ਤਾਂ ਹੀ ਖੋਲ੍ਹਿਆ ਕੰਮ, ਐਵੇਂ ਨਹੀਂ ਖੋਲ੍ਹਿਆ। ਪਹਿਲਾਂ ਨਹੀਂ ਕਿਸੇ ਨੇ ਕਿਹਾ, ਹੁਣ ਪੋਲੈਂਡ ਵੀ ਆ ਗਿਆ। ਪਹਿਲਾਂ ਜੇ ਹੱਕ 'ਚ ਆਇਆ, ਸਟੇਟਲੈਸ ਪੀਪਲ ਜਿਨ੍ਹਾਂ ਦਾ ਹਜੇ ਰਾਜ ਮੁਲਕ ਨਹੀਂ, ਉਹ ਆਏ ਹੱਕ 'ਚ। ਇਸ ਕਰਕੇ ਪੂਰੀ ਦੁਨੀਆ ਨੂੰ ਅਸੀਂ ਜਗਾਤਾ ਤੇ ਬਹੁਤ ਚੰਗੀ ਗੱਲ ਕੀਤੀ ਹੈ। ਮਾਨ ਸਾਹਿਬ ਨੇ ਬੜੀ ਉੱਚੀ ਸੋਚ ਦਾ ਗੱਲ ਕੀਤੀ ਹੈ। ਇਹ ਜਿਹੜੀ ਮਦਦ ਕਰਨੀ ਖਾਲਿਸਤਾਨ ਦੇ ਲਈ ਇੱਕ ਨਵਾਂ ਸਟੈਪ ਹੈ। ਓਕੇ।